Good morning, student. Today is 7th October on Wednesday. Okay. Today we started a new chapter, that is chapter number 16, garbage in and garbage out. ठीक है. सो ਅਸੀਂ ਅੱਜ ਇਹ ਵਾਲਾ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ. ਠੀਕ ਹੈ. ਸੋ ਗਾਰਬੇਜ ਦਾ ਮਤਲਬ ਕੀ ਹੈ? ਕੂੜਾ ਕਰਕਟ. ਠੀਕ ਹੈ. ਸੋ ਕੂੜੇ ਕਰਕਟ ਦੇ ਬਾਰੇ ਅਸੀਂ ਡਿਸਕਸ ਕਰ ਰਹੇ ਹਾਂ, ਕਿਸ ਤਰ੍ਹਾਂ ਅਸੀਂ ਉਹਨੂੰ ਡਿਸਪੋਜ਼ ਕਰ ਸਕਦੇ ਹਾਂ, ਖਤਮ ਕਰ ਸਕਦੇ ਹਾਂ, ਕਿਸ ਤਰ੍ਹਾਂ ਇਹ ਬਣਦਾ ਹੈ, ਕਿਸ ਤਰ੍ਹਾਂ ਅਸੀਂ ਇਹਨੂੰ ਯੂਜ਼ਡ ਕਰ ਸਕਦੇ ਹਾਂ, ਰੀਸਾਈਕਲ ਕਰ ਸਕਦੇ ਹਾਂ. ਠੀਕ ਹੈ. ਸੋ ਉਸ ਬਾਰੇ ਅਸੀਂ ਇਹਦੇ ਬਾਰੇ ਡਿਸਕਸ਼ਨ ਕਰਨ ਜਾ ਰਹੇ ਹਾਂ. ਸੋ ਲੈਟਸ ਸਟਾਰਟ ਵਿਦ ਦਾ ਰੀਡਿੰਗ. ਸੋ ਵੀ ਥਰੋ ਆਊਟ ਸੋ ਮਚ ਰਬਿਸ਼ or garbage every day from our homes, schools, shops and offices. So ਕਹਿੰਦੇ ਕਿ ਅਸੀਂ ਰੋਜ਼ ਕਿੰਨਾ ਹੀ ਖਰਾਬ ਜਾਂ ਗਾਰਬੇਜ, ਐਵਰੀਡੇ ਖਰਾਬ ਚੀਜ਼ ਜਾਂ ਗਾਰਬੇਜ ਅਸੀਂ ਰੋਜ਼ ਆਪਣੇ ਘਰ ਤੋਂ, ਸਕੂਲ ਤੋਂ, ਸ਼ਾਪ ਤੋਂ ਐਂਡ ਆਫਿਸਿਸ ਤੋਂ ਬਾਹਰ ਫੇਂਕਦੇ ਹਾਂ. ਸੋ ਦ grains, pulses, biscuits, milk or oil purchased in shops are packed in plastic bags. ਠੀਕ ਹੈ. ਔਰ ਟਿਨਸ ਸਾਨੂੰ ਪਹਿਲੇ ਜਿੰਨੇ ਵੀ ਅਸੀਂ ਗ੍ਰੇਨਸ ਬਾਏ ਕਰਦੇ ਹਾਂ, ਪਲਸਿਸ ਬਾਏ ਕਰਦੇ ਹਾਂ, ਬਿਸਕਿਟਸ ਬਾਏ ਕਰਦੇ ਹਾਂ, ਸੋ ਮਿਲਕ ਜੋ ਵੀ ਤੁਸੀਂ ਸਮਾਨ ਬਾਏ ਕਰ ਰਹੇ ਹੋ ਉਹ ਸਾਨੂੰ ਕਿਹਦੇ ਵਿੱਚ ਮਿਲਦਾ ਹੈ? ਪਲਾਸਟਿਕ ਬੈਗ ਦੇ ਵਿੱਚ ਰੈਪਡ ਮਿਲਦਾ ਹੈ ਜਾਂ ਟਿਨਸ ਦੇ ਵਿੱਚ. ਸੋ ਆਲ ਥੀਸ ਰੈਪਿੰਗ ਮਟੀਰੀਅਲ ਗੋ ਆਊਟ ਐਜ਼ ਗਾਰਬੇਜ. ਤੇ ਜਦੋਂ ਅਸੀਂ ਉਹਦੇ ਚੋਂ ਸਮਾਨ ਯੂਜ਼ ਕਰ ਲਿਆ, ਸੋ ਉਹ ਵਾਲਾ ਜੋ ਉਹਦਾ ਰੈਪਿੰਗ ਮਟੀਰੀਅਲ ਆ ਉਹਨੂੰ ਅਸੀਂ ਕਿਵੇਂ ਟ੍ਰੀਟ ਕਰਦੇ ਹਾਂ? ਐਜ਼ ਅ ਗਾਰਬੇਜ. ਸੋ ਵੀ ਸਮਟਾਈਮਸ ਬਾਏ ਥਿੰਗਸ ਦੈਟ ਆਰ ਰੇਅਰਲੀ ਯੂਜ਼ਡ ਐਂਡ ਆਫਨ ਥਰੋਨ ਇਨਟੂ ਦਾ ਗਾਰਬੇਜ. ਸੋ ਅਸੀਂ ਹਮੇਸ਼ਾ ਕੁਝ ਕਹਿੰਦੇ ਬਾਏ, ਕੁਝ ਚੀਜ਼ਾਂ ਇਹੋ ਜਿਹੀਆਂ ਬਾਏ ਕਰਦੇ ਹਾਂ, ਠੀਕ ਹੈ, ਜੋ ਆਫਨ ਅਸੀਂ ਉਹਨੂੰ ਗਾਰਬੇਜ ਦੇ ਵਿੱਚ ਫੇਂਕ ਦਿੰਦੇ ਹਾਂ. ਠੀਕ ਆ, ਜਦੋਂ ਸਾਡੀ ਯੂਜ਼ ਦੀ ਨਹੀਂ ਰਹਿੰਦੀ. ਸੋ ਵੀ ਜਨਰੇਟ ਸੋ ਮਚ ਗਾਰਬੇਜ ਇਨ ਆਰ ਡੇ ਟੂ ਡੇ ਐਕਟੀਵਿਟੀਜ਼. ਸੋ ਅਸੀਂ ਰੋਜ਼ ਹੀ ਆਪਣੀ ਡੇ ਟੂ ਡੇ ਐਕਟੀਵਿਟੀਜ਼ ਦੇ ਵਿੱਚ ਕਾਫੀ ਜ਼ਿਆਦਾ ਅਸੀਂ ਗਾਰਬੇਜ ਜੋ ਆ ਉਹ ਇਕੱਠਾ ਕਰਦੇ ਹਾਂ. ਸੋ ਵੀ ਆਫਨ ਥਰੋ ਗਰਾਊਂਡਨਟ ਸ਼ੈਲਸ ਔਨ ਪਬਲਿਕ ਪਲੇਸਿਸ. ਜਿਵੇਂ ਬੇਟਾ ਮੂੰਗਫਲੀ ਖਾ ਕੇ ਉਹਦੇ ਜੋ ਕਵਰ ਹੁੰਦੇ ਆ, ਸ਼ੈਲਸ ਹੁੰਦੇ ਆ, ਠੀਕ ਆ, ਹੁਣ ਅਸੀਂ ਇਸ ਤਰ੍ਹਾਂ ਹੀ ਪਬਲਿਕ ਪਲੇਸਿਸ 'ਚ ਫੇਂਕ ਦਿੰਦੇ ਆ. ਸੋ ਇਨ ਬੱਸਿਸ ਔਰ ਟ੍ਰੇਨਸ 'ਚ ਆਫਟਰ ਈਟਿੰਗ ਦਾ ਨਟਸ ਨੂੰ ਖਾ ਕੇ ਤੁਸੀਂ ਬੱਸ ਐਂਡ ਟ੍ਰੇਨਸ ਦੇ ਵਿੱਚ ਇੱਦਾਂ ਹੀ ਫੇਂਕ ਜਾਂਦੇ ਹੋ. ਸੋ ਵੀ ਥਰੋ ਅਵੇ ਦਾ ਟਿਕਟ when we got off a bus. ਜਦੋਂ ਸਾਨੂੰ ਬੱਸ 'ਚ ਟਿਕਟ ਮਿਲਦੀ ਆ, ਅਸੀਂ ਬੱਸ 'ਚ ਜਦੋਂ ਉਤਰ ਜਾਂਦੇ ਹਾਂ ਅਸੀਂ ਟਿਕਟ ਫੇਂਕ ਦਿੰਦੇ ਆ. ਠੀਕ ਹੈ. ਸੋ ਅ ਚਾਈਲਡ ਮਾਈਟ ਗੋ ਔਨ ਸ਼ਾਰਪਨਿੰਗ ਪੈਨਸਿਲ ਜਸਟ ਫॉर ਫਨ. ਸੋ ਜਿਵੇਂ ਇੱਕ ਬੱਚਾ ਆਪਣੀ ਪੈਨਸਿਲ ਨੂੰ ਸ਼ਾਰਪ ਕਰਦਾ ਐਂਡ ਉੱਥੇ ਹੀ ਉਹਦੇ ਸ਼ਾਰਪਿੰਗ ਪੈਨਸਿਲ ਦੇ ਜੋ ਕਵਰ ਉੱਥੇ ਹੀ ਫੇਂਕ ਦਿੰਦਾ ਹੈ. ਠੀਕ ਆ. ਸੋ ਇਫ ਵੀ ਮੇਕ ਮਿਸਟੇਕ ਔਰ ਸਪਿਲ ਇੰਕ ਔਰ ਆਰ ਨੋਟਬੁੱਕ ਵੀ ਟੀਅਰ ਆਫ ਦ ਸ਼ੀਟ ਐਂਡ ਥਰੋ ਇਟ ਅਵੇ. ਸੋ ਕਿਆ ਕਰਦੇ ਬੱਚੇ ਕਿ ਜਦੋਂ ਅਗਰ ਇੰਕ ਵੀ ਥੋੜੀ ਫਿੰਕ ਜਾਂਦੀ ਹੈ ਆਪਣੇ ਪੇਜ ਤੇ, ਅਸੀਂ ਪੇਜ ਰਿਮੂਵ ਕਰਕੇ, ਟੀਅਰ ਮਤਲਬ ਰਿਮੂਵ ਕਰਨਾ, ਸੋ ਤੁਸੀਂ ਟੀਅਰ ਕਰਕੇ ਆਪਣੇ ਪੇਜ, ਠੀਕ ਹੈ, ਸ਼ੀਟ ਨੂੰ ਥਰੋ ਮਤਲਬ ਫੇਂਕਣਾ, ਤੁਸੀਂ ਫੇਂਕ ਦਿੰਦੇ ਹੋ. ਓਕੇ. and we also throw away many domestic wastes. ਸੋ ਡੋਮੈਸਟਿਕ ਵੇਸਟ ਵੀ ਅਸੀਂ ਫੇਂਕ ਦਿੰਦੇ ਹਾਂ. ਸੋ ਡੋਮੈਸਟਿਕ ਵੇਸਟ ਬੇਟਾ ਉਹ ਵੇਸਟ ਹੁੰਦਾ ਜੋ ਤੁਸੀਂ ਘਰਾਂ ਦੇ ਵਿੱਚ ਯੂਜ਼ ਕਰਦੇ ਹੋ, ਲਾਈਕ ਅ ਟੋਇਜ਼, old clothes, shoes, slippers, ਜੋ ਤੁਸੀਂ ਆਪਣੀ personal purpose ਲਈ use ਕਰਦੇ ਹੋ. So what if the garbage is not removed from our homes and surroundings? So ਅਗਰ ਅਸੀਂ ਇਸ ਗਾਰਬੇਜ ਨੂੰ, ਜੋ ਤੁਸੀਂ ਇਸ ਗਾਰਬੇਜ ਬਾਰੇ ਡਿਸਕਸ ਕੀਤਾ, ਸੋ ਜੇ ਅਗਰ ਅਸੀਂ ਆਪਣੇ ਘਰਾਂ ਚੋਂ ਨਾ ਫੇਂਕੀਏ ਤਾਂ ਕਿਆ ਹੋਏਗਾ? ਸੋ ਹਾਊ ਡੂ ਯੂ ਥਿੰਕ ਦਿਸ ਵਿਲ ਹਾਰਮ ਅਸ? ਤੁਹਾਨੂੰ ਕਿੱਦਾਂ ਲੱਗਦਾ ਕਿ ਸਾਨੂੰ ਨੁਕਸਾਨ ਕਰ ਸਕਦੇ ਆ? ਵੈਨ ਸਫਾਈ ਕਰਮਚਾਰੀਜ਼ ਟੇਕ ਦਾ ਗਾਰਬੇਜ ਫਰੋਮ ਦਾ ਬਿਨਸ, ਵੇਅਰ ਡਜ਼ ਦਾ ਗਾਰਬੇਜ ਗੋ ਐਂਡ ਵਟ ਹੈਪਨਸ ਟੂ ਇਟ? ਜਦੋਂ ਸਫਾਈ ਕਰਮਚਾਰੀਜ਼ ਜੋ ਹੈਗੇ ਨੇ, ਜੋ ਕੂੜਾ ਆਪਣੇ ਘਰੋਂ ਲੈ ਕੇ ਜਾਂਦੇ ਨੇ, ਉਹ ਉਹਨਾਂ ਨੂੰ ਕਿੱਥੇ ਫੇਂਕਦੇ ਨੇ ਤੇ ਉਹਦਾ ਕੀ ਹੁੰਦਾ ਹੈ? ਸੋ ਇਜ਼ ਇਟ ਪੋਸੀਬਲ ਫॉर ਆਲ ਦਾ ਗਾਰਬੇਜ ਟੂ ਬੀ ਚੇਂਜਡ ਟੂ ਸਮਥਿੰਗ ਦੈਟ ਵਿਲ ਨੋਟ ਹਾਰਮ ਅਸ? ਕਹਿੰਦੇ ਕਿ ਸਾਰਾ ਕੂੜਾ ਅਸੀਂ ਉਸ ਚੀਜ਼ 'ਚ ਬਦਲ ਸਕਦੇ ਹਾਂ ਜੋ ਸਾਨੂੰ ਹਾਰਮ ਨਾ ਪਹੁੰਚਾਏ, ਨੁਕਸਾਨ ਨਾ ਪਹੁੰਚਾਏ. ਸੋ ਕੈਨ ਵੀ ਕੰਟਰੀਬਿਊਟ ਟੂਵਰਡ ਦਿਸ ਇਨ ਐਨੀ ਵੇ, ਕਿ ਅਸੀਂ ਇਸ ਗਾਰਬੇਜ ਨੂੰ ਰੀਸਾਈਕਲ ਕਰਨ ਦੇ ਵਿੱਚ ਕਿ ਅਸੀਂ ਕੋਈ ਹੈਲਪ ਕਰ ਸਕਦੇ ਹਾਂ? ਸੋ ਵੀ ਵਿਲ ਲੁੱਕ ਫॉर ਦਿਸ ਆਨਸਰ. ਸੋ ਜੋ ਤੁਸੀਂ ਕੁਐਸਚਨਸ ਡਿਸਕਸ ਕੀਤੇ ਕਿ ਅਸੀਂ ਗਾਰਬੇਜ ਨੂੰ ਕਿੱਥੇ ਫੇਂਕਦੇ ਹਾਂ, ਉਹਦਾ ਰੀਸਾਈਕਲ ਕਿਸ ਤਰ੍ਹਾਂ ਹੁੰਦਾ ਹੈ, ਠੀਕ ਹੈ, ਰੀਸਾਈਕਲ ਕਰਕੇ ਅਸੀਂ ਕਿਹੜੀ ਚੀਜ਼ 'ਚ ਕਨਵਰਟ ਕਰ ਸਕਦੇ ਹਾਂ ਕਿ ਸਾਨੂੰ ਉਹਦਾ ਹਾਰਮਫੁਲ ਮਤਲਬ ਸਾਨੂੰ ਉਹਦਾ ਨੁਕਸਾਨ ਨਾ ਪਹੁੰਚੇ. ਸੋ a step toward cleanliness, Swachh Bharat.
ਸੋ ਤੁਹਾਨੂੰ ਵੀ ਪਤਾ ਬੇਟਾ 2 ਅਕਤੂਬਰ ਨੂੰ ਇੱਕ ਅਭਿਆਨ ਸ਼ੁਰੂ ਕੀਤਾ ਗਿਆ ਸੀ, that is ਸਵੱਛ ਅਭਿਆਨ, ਭਾਰਤ ਸਵੱਛ ਭਾਰਤ. The Prime Minister of India launched the Swachh Bharat mission. The aim of this mission is to create an open defecation free India by 2 ਅਕਤੂਬਰ 2019. ਕਹਿੰਦੇ ਕਿ ਇੱਕ ਮਿਸ਼ਨ ਸ਼ੁਰੂ ਕੀਤਾ ਗਿਆ ਸੀ, ਸਵੱਛ ਭਾਰਤ ਮਿਸ਼ਨ, ਜੋ ਕਾਹਦੇ ਲਈ ਸ਼ੁਰੂ ਕੀਤਾ ਗਿਆ ਸੀ? ਸਾਫ ਸੁਥਰਾ ਇੰਡੀਆ ਬਣਾਉਣ ਦੇ ਲਈ, ਜੋ 2 ਅਕਤੂਬਰ 2019 ਚ ਸ਼ੁਰੂ ਕੀਤਾ ਗਿਆ ਸੀ. So children from Paheli and Buzo school did a project called Dealing with Garbage. So we will learn about some of the things that learned through this project. So Paheli एक Buzo, 2 person है, ठीक है, जो क्लास ਦੇ स्टूडेंट है, सो जिन्हों ਨੂੰ ਇੱਕ ਪ੍ਰੋਜੈਕਟ ਮਿਲਿਆ ਹੈ ਡੀਲਿੰਗ ਵਿਦ ਗਾਰਬੇਜ. ਸੋ ਅਸੀਂ ਇਹਦੇ ਬਾਰੇ ਸਟੱਡੀ ਕਰਦੇ ਹਾਂ ਕਿ ਕਿਆ ਕਿਆ ਉਹਨਾਂ ਨੇ ਡੀਲ ਕੀਤਾ. ਸੋ ਡੀਲਿੰਗ ਵਿਦ ਗਾਰਬੇਜ. So सफाई कर्मचारीज collect the garbage in trucks and take it to a low-lying open area called a landfill. So जो सफाई कर्मचारीज आ ਉਹ garbage ਨੂੰ collect ਕਰਦੇ ਆ ਟਰੱਕਸ 'ਚ and then ਉਹਨੂੰ ਕਿੱਥੇ ਲੈ ਜਾਂਦੇ ਆ? take it to a low-lying open area 'ਚ ਲੈ ਜਾਂਦੇ ਆ, ਜਿੱਥੇ ਜਾ ਕੇ ਸਾਰਾ ਕੂੜਾ ਫੇਂਕ ਦਿੰਦੇ ਆ. ਸੋ that area ਜੋ ਖਾਲੀ ਆ, ਬੰਜਰ ਆ, ਅਸੀਂ ਉਸ ਏਰੀਆ ਨੂੰ ਕੀ ਬੋਲਦੇ ਆ? landfill. ਠੀਕ ਹੈ. So the question is arise from there. So extra questions ਕਰਨ ਜਾ ਰਹੀ ਹਾਂ, ਠੀਕ ਹੈ. So that is what is landfill. Landfill क्या ਹੁੰਦੀ ਆ? low laying open area, ਠੀਕ ਆ, called a landfill. So dear, the part of the garbage that can be reused is separated out from the one that cannot be used as such. ਸੋ ਕਹਿੰਦੇ ਇੱਥੇ ਕਿਆ ਹੁੰਦਾ ਹੈ? ਕਹਿੰਦੇ ਇੱਥੇ ਜਿਹੜਾ ਕੂੜਾ ਅਸੀਂ ਰੀਯੂਜ਼ ਕਰ ਸਕਦੇ ਆ ਉਹਨੂੰ ਅਸੀਂ ਅਲੱਗ ਕਰ ਦਿੰਨੇ ਆ, ਕਿਸ ਕੂੜੇ ਤੋਂ? ਜਿਹਨੂੰ ਅਸੀਂ ਰੀਯੂਜ਼ ਨਹੀਂ ਕਰ ਸਕਦੇ. Does the garbage has both useful and non useful component. garbage 'ਚ ਦੋਨੋਂ ਚੀਜ਼ਾਂ ਹੁੰਦੀਆਂ ਨੇ, ਯੂਜ਼ਫੁਲ, ਠੀਕ ਹੈ, ਜੋ ਸਾਨੂੰ ਫਾਇਦਾ ਕਰਦੇ ਨੇ, ਐਂਡ ਕੁਝ ਜੋ ਸਾਨੂੰ ਫਾਇਦਾ ਨਹੀਂ ਕਰਦੇ, ਦੋਨੋਂ ਥਿੰਗਸ ਹੁੰਦੀਆਂ ਨੇ. ਸੋ the non useful component is separated out. ਸੋ ਜੋ ਸਾਨੂੰ ਕੰਪੋਨੈਂਟਸ ਨਹੀਂ ਚਾਹੀਦੇ, ਸਾਡੇ ਯੂਜ਼ 'ਚ ਨਹੀਂ ਹੈਗੇ, ਅਸੀਂ ਉਹਨੂੰ ਅਲੱਗ ਕਰ ਦਿੰਦੇ ਆ. ਸੈਪਰੇਟ ਮੀਨਸ ਅਲੱਗ. ਸੋ ਇਟ ਇਜ਼ ਡਨ ਸਪਰੈਡ ਓਵਰ ਦਾ ਲੈਂਡਫਿਲ. ਫਿਰ ਕਹਿੰਦੇ ਅਸੀਂ ਇੱਕ ਲੈਂਡ ਤੇ ਨੂੰ ਲੈਂਡਫਿਲ ਦੱਸਿਆ ਨਾ, ਜੋ ਖਾਲੀ ਜਗ੍ਹਾ ਹੁੰਦੀ ਆ, ਬੰਜਰ ਜਗ੍ਹਾ ਹੁੰਦੀ, ਤੁਸੀਂ ਉਹਨੂੰ ਖਿਲਾਰ ਦਿੰਦੇ ਹੋ, ਠੀਕ ਆ. ਦੇਖੋ ਬੇਟਾ ਪਿਕਚਰ 'ਚ ਤੁਹਾਨੂੰ ਦਿਖਾ ਰਿਹਾ ਕਿ ਜਿਵੇਂ ਅਸੀਂ ਇੱਕ ਲੈਂਡਫਿਲ ਤੇ ਉਹਨੂੰ ਖਿਲਾਰਤਾ ਐਂਡ ਦੈਨ ਕਵਰਡ ਵਿਦ ਅ ਲੇਅਰ ਆਫ ਸੋਇਲ. ਸੋ ਉਹਦੇ ਉੱਪਰ ਤੁਸੀਂ ਇੱਕ ਸੋਇਲ ਦੀ ਲੇਅਰ ਚੜਾ ਦਿੰਦੇ ਹੋ. ਸੋ ਵਨਸ ਦਾ ਲੈਂਡਫਿਲ ਇਜ਼ ਕੰਪਲੀਟਲੀ ਫੁੱਲ, ਜਦੋਂ ਇੱਕ ਵਾਰੀ ਲੈਂਡਫਿਲ ਪੂਰੀ ਭਰ ਜਾਂਦੀ ਆ, ਸੋ ਇਟ ਇਜ਼ ਯੂਜ਼ਲੀ ਕਨਵਰਟਡ ਇਨਟੂ ਪਾਰਕ ਔਰ ਪਲੇਗਰਾਉਂਡ. ਦੈਨ ਅਸੀਂ ਉਹਨਾਂ ਨੂੰ ਕਿਹਦੇ 'ਚ ਕਨਵਰਟ ਕਰ ਦਿੰਦੇ ਹਾਂ? ਉਸ ਜਗ੍ਹਾ ਨੂੰ ਪਾਰਕਸ ਦੇ ਵਿੱਚ ਤੇ ਪਲੇਗਰਾਉਂਡਸ ਦੇ ਵਿੱਚ, ਠੀਕ ਹੈ. ਸੋ ਨੋ ਬਿਲਡਿੰਗ ਇਜ਼ ਕੰਸਟਰਕਟਡ ਔਨ ਇਟ. ਕਹਿੰਦੇ 20 ਸਾਲਾਂ ਲਈ ਅਸੀਂ ਉਸ ਜਗ੍ਹਾ ਤੇ ਕੋਈ ਵੀ ਬਿਲਡਿੰਗ ਨਹੀਂ ਬਣਨ ਦਿੰਦੇ, ਠੀਕ ਹੈ, ਜਾਂ ਬਣਾਉਂਦੇ. ਸੋ ਟੂ ਡੀਲ ਵਿਦ ਸਮ ਆਫ ਦ ਯੂਜ਼ਫੁਲ ਕੰਪੋਨੈਂਟਸ ਆਫ ਗਾਰਬੇਜ, ਕੰਪੋਸਟ ਮੇਕਿੰਗ ਏਰੀਆਜ਼ ਆਰ ਡਿਵੈਲਪਡ ਨੀਅਰ ਦ ਲੈਂਡਫਿਲ. ਠੀਕ ਹੈ. ਸੋ ਕਹਿੰਦੇ ਆ ਕਿ ਇਸ ਕੰਪੋਨੈਂਟਸ ਨੂੰ, ਸਮ ਆਫ ਦ ਜੋ ਯੂਜ਼ਫੁਲ ਕੰਪੋਨੈਂਟਸ ਨੂੰ ਡੀਲ ਕਰਨ ਲਈ, ਠੀਕ ਹੈ, ਕੰਪੋਸਟ ਮੇਕਿੰਗ ਏਰੀਆਜ਼. ਕੰਪੋਸਟ ਮੇਕਿੰਗ ਮਤਲਬ ਖਾਦ, ਕੰਪੋਸਟ ਮਤਲਬ ਖਾਦ ਤਿਆਰ ਕਰਨ ਵਾਲੇ ਜੋ ਏਰੀਆ ਨੇ ਉਹ ਉਹਦੇ ਲਾਗੇ ਹੀ ਬਣਾਏ ਜਾਂਦੇ ਨੇ, ਠੀਕ ਆ, ਜਿੱਥੇ ਅਸੀਂ ਸਾਰਾ ਕੂੜਾ ਰੱਖਿਆ ਸੀ. ਸੋ ਜਿਹੜੇ ਅਸੀਂ ਯੂਜ਼ਫੁਲ ਯੂਜ਼ ਕਰ ਸਕਦੇ ਆ ਉਹਨੂੰ ਅਸੀਂ ਕਿਹ 'ਚ ਕਨਵਰਟ ਕਰਦੇ ਆ? ਕੰਪੋਸਟ 'ਚ, ਤੇ ਉਹਨੂੰ ਅਲੱਗ ਕਰ ਦਿੱਤਾ ਜਾਂਦਾ ਹੈ. ਸੋ ਨਾਓ ਵਟ ਇਜ਼ ਅ ਕੰਪੋਸਟ? ਕੰਪੋਸਟ ਕੀ ਹੁੰਦੀ ਆ? ਸੋ ਲੈਟ ਅਸ ਲਰਨ ਅਬਾਊਟ ਇਟ ਫਰੋਮ ਦਾ ਫੋਲੋਇੰਗ ਐਕਟੀਵਿਟੀ. ਸੋ ਹੁਣ ਅਸੀਂ ਐਕਟੀਵਿਟੀ 'ਚੋਂ ਸਟੱਡੀ ਕਰਦੇ ਹਾਂ, ਠੀਕ ਹੈ. ਸੋ ਐਕਟੀਵਿਟੀ ਨੰਬਰ 1, ਸੋ ਕਲੈਕਟ ਦਾ ਗਾਰਬੇਜ ਫਰੋਮ ਯੂਰ ਹਾਊਸ. ਆਪਣੇ ਘਰ ਦੇ ਵਿੱਚੋਂ ਗਾਰਬੇਜ ਨੂੰ ਕਲੈਕਟ ਕਰੋ ਬਿਫੋਰ ਇਟ ਇਜ਼ ਥਰੋਨ ਇਨਟੂ ਦਾ ਡਸਟਬਿਨ ਤੋਂ ਫੇਂਕਣ ਤੋਂ ਪਹਿਲਾਂ ਆਪਣੇ ਘਰ ਚੋਂ ਗਾਰਬੇਜ ਸਾਰਾ ਇਕੱਠਾ ਕਰੋ, ਠੀਕ ਹੈ. ਸੈਪਰੇਟ ਇਨਟੂ 2 ਗਰੁੱਪਸ, 2 ਗਰੁੱਪਸ 'ਚ ਵੰਡ ਦੋ, ਗਰੁੱਪ 1 ਐਂਡ ਗਰੁੱਪ 2. ਸੋ ਗਰੁੱਪ 1 'ਚ ਕੀ ਕਰਨਾ ਹੈ? ਗਾਰਬੇਜ ਫਰੋਮ ਦਾ ਕਿਚਨ ਲਾਈਕ ਫਰੂਟਸ, ਵੈਜੀਟੇਬਲ ਪੀਲਸ, ਠੀਕ ਹੈ, ਫਰੂਟਸ ਹੋ ਗਏ, ਵੈਜੀਟੇਬਲ ਪੀਲਸ ਮਤਲਬ ਵੈਜੀਟੇਬਲ ਤੇ ਫਰੂਟਸ ਦੇ ਜੋ ਛਿੱਲੜ ਹੁੰਦੇ ਆ, ਬਾਹਰ ਵਾਲਾ ਆਊਟਰ ਕਵਰ ਹੁੰਦਾ ਹੈ. ਐਗ ਸ਼ੈਲਸ, ਵੇਸਟ ਫੂਡ, tea leaves, include newspaper, dry leaves, paper bags, ਉਹਨੂੰ ਇੱਕ ਗਰੁੱਪ 'ਚ ਰੱਖ ਦਿਓ. ਐਂਡ ਸੈਕਿੰਡ ਗਰੁੱਪ 'ਚ ਕੀ ਰੱਖੋ? piece of cloth, polythene bags, broken glass, aluminium wrappers, old shoes, broken toys, ਸਾਰੇ ਦੂਸਰੇ ਗਰੁੱਪ 'ਚ. now
डिवाइड द कंटेंट ऑफ ईच ग्रुप इनटू 2 सैपरेट हीप्स। हीप्स मतलब बेटा ਹੁੰਦੇ ਆ ਛੋਟੇ ਛੋਟੇ ਅਸੀਂ ਜਿਵੇਂ ਕੂੜੇ ਦੀਆਂ ਥੋੜੀ ਥੋੜੀ ਛੋਟੀ ਛੋਟੀ ਢੇਰੀਆਂ ਬਣਾ ਦਿੰਦੇ ਆ, that is heaps। ਸੋ ਕਹਿੰਦੇ ਇਹ ਹਰ ਇੱਕ ਗਰੁੱਪ ਨੂੰ ਦੋ ਦੋ, ਜਿਵੇਂ ਗਰੁੱਪ 1 ਆ ਇਹਨੂੰ 2 ਹੀਪਸ ਚ ਇਸ ਤਰੀਕੇ ਦੇ ਨਾਲ ਡਿਵਾਈਡ ਕਰ ਦੋ, ਸੈਪਰੇਟ ਕਰ ਦੋ, ਐਂਡ ਗਰੁੱਪ 2 ਨੂੰ ਵੀ ਇਸੇ ਤਰੀਕੇ ਨਾਲ 2 ਹੀਪਸ ਚ ਬਣਾ ਦੋ। ਐਜ਼ ਲੇਬਲ them, ਕਹਿੰਦੇ ਉਹਨਾਂ ਨੂੰ ਕਿਆ ਨਾਮ ਦੋ, that is A, B, C and D। Put one heap from group 1 and one heap from group 2। So ਇੱਕ heap, ਇੱਕ ਢੇਰੀ ਤੁਸੀਂ group 1 ਚ ਲੈ ਲਓ, ਇੱਕ ਢੇਰੀ ਤੁਸੀਂ group 2 ਚ ਲੈ ਲਓ, ਠੀਕ ਹੈ। ਐਂਡ ਉਹਨਾਂ ਨੂੰ separate 2 plastic bags ਚ ਡਾਲ ਦੋ, ठीक है। सो द माउथ ऑफ दीज 2 बैग्स टाइटली, सो दोनों ਨੂੰ टाई कर दो, प्रॉपरली बंद दो उपरों। पुट whole 4 heaps in separate pits and cover them with soil। ਤੇ ਬਾਕੀ ਜੋ ਬਚਿਆ ਕੂੜਾ ਹੈਗਾ ਉਹਨੂੰ ਇੱਕ ਟੋਏ ਚ, ਠੀਕ ਆ, ਪਿਟ ਮਤਲਬ ਟੋਆ, ਠੀਕ ਹੈ, ਖੋਦ ਕੇ ਉਹਦੇ ਵਿੱਚ ਤੁਸੀਂ ਉਸ ਨੂੰ ਫੇਂਕ ਦੋ ਔਰ ਉਹਨੂੰ ਸੋਇਲ ਨਾਲ ਕਵਰ ਕਰ ਦੋ। So you can also use your pots to bury these garbage heaps। ਤੁਸੀਂ pots ਵੀ use ਕਰ ਸਕਦੇ ਹੋ, ਗਮਲੇ ਵੀ use ਕਰ ਸਕਦੇ ਹੋ ਇਹ ਐਕਸਪੈਰੀਮੈਂਟ ਕਰਨ ਲਈ। So remove the soil after 4 days। 4 days ਬਾਅਦ ਉਸ soil ਨੂੰ remove ਕਰੋ ਉਹਦੇ ਉੱਪਰੋਂ and observe the changes in the garbage। garbage ਚ ਕੀ changes ਹੋਈ ਉਹਦੇ ਬਾਰੇ discuss ਕਰੋ। ਕਹਿੰਦੇ a black color and no foul smell indicate that rotting of garbage is complete। ਅਗਰ ਕਹਿੰਦੇ ਜਿਹੜੇ ਪੋਲੀਥੀਨ ਚ ਜੋ ਤੁਸੀਂ ਕੂੜਾ ਰੱਖਿਆ ਅਗਰ ਉਹ ਪ੍ਰੋਪਰ ਤਰੀਕੇ ਨਾਲ ਗਲ ਚੁੱਕਾ ਹੈ, ਰੋਟਿੰਗ ਮਤਲਬ ਪ੍ਰੋਪਰ ਤਰੀਕੇ ਨਾਲ ਗਲ ਚੁੱਕਾ ਹੈ, ਬਲੈਕ ਕਲਰ ਦਾ ਹੋ ਗਿਆ, ਉਹਦੇ ਚ ਕੋਈ ਗੰਦੀ ਸਮੈਲ ਨਹੀਂ ਆ ਰਹੀ, ਇਟ ਮੀਨਸ ਠੀਕ ਹੈ ਕਿ ਉਹ ਕੰਪਲੀਟਲੀ ਰੋਟ ਹੋ ਚੁੱਕਾ ਹੈ, ਠੀਕ ਹੈ, ਠੀਕ ਹੈ। ਸੋ ਪੁੱਟ ਦਾ ਹੀਪਸ ਅਗੇਨ ਇਨ ਦਾ ਪਿਟਸ, ਫਿਰ ਉਹਨੂੰ ਫਿਰ ਦੁਬਾਰਾ ਟੋਏ ਦੇ ਵਿੱਚ ਪਾ ਦੋ ਐਂਡ ਕਵਰ ਵਿਦ ਦਾ ਸੋਇਲ ਨਾਲ ਕਵਰ ਕਰ ਦੋ। ਅਬਜ਼ਰਵ ਅਗੇਨ ਆਫਟਰ ਐਵਰੀ 2 days, ਹਰ 2 ਦਿਨ ਬਾਅਦ ਉਹਨੂੰ ਦੇਖੋ, ਉਹਨੂੰ ਆਬਜ਼ਰਵੇਸ਼ਨ ਨੂੰ ਨੋਟ ਕਰੋ, ਠੀਕ ਆ। ਐਸ ਸਜੈਸਟਡ ਵਿਦ ਦਾ ਗਾਰਬੇਜ, ਕਹਿੰਦਾ ਕਿਆ ਕਿਆ ਆਬਜ਼ਰਵ ਕਰਨਾ ਹੈ, ਕਿਆ ਉਹ ਚੰਗੀ ਤਰ੍ਹਾਂ ਗਲ ਚੁੱਕੀ ਹੈ ਚੀਜ਼ ਤੇ ਉਹਦੇ ਚ ਕੋਈ ਸਮੈਲ ਤੇ ਨਹੀਂ ਆ ਰਹੀ। ਦੂਸਰੀ ਚੀਜ਼, ਕਿਆ ਉਹ ਅੱਧੀ ਗਲ ਗਈ ਆ ਤੇ ਅੱਧੀ ਹਲੇ ਬਚ ਗਈ ਆ, ਰੋਟ ਓਨਲੀ ਪਾਰਸ਼ਲੀ ਮਤਲਬ ਹਾਫ, ਕਿ ਪਾਰਸ਼ਲੀ ਮਤਲਬ ਥੋੜੀ ਗਲ ਗਈ ਹੈ, ਥੋੜੀ ਬਚ ਗਈ ਆ। ਦੈਨ ਥਰਡ ਹੋਰ ਕੀ ਤੁਸੀਂ ਦੇਖਣਾ